ਧੰਨ ਵਾਹਿਗੁਰੂ ਜੀ। ਕਾਲ ਸਮੁੰਦਰ ਭੈ ਰੂਪ ਪ੍ਰਗਟ, ਹਰ ਨਾਮ ਉਦਾਹਰਨ। ਬਸਹਿ ਸੰਤ ਜਿਸ ਹਿਰਦੈ, ਦੁਖ ਦਰਿਦਰ ਨਿਵਾਰਨ। ਨਿਰਮਲ ਭੇਖ ਅਪਾਰ, ਤਾਸ ਬਿਨ ਅਵਰ ਨਾ ਕੋਈ। ਮਨ ਬਾਚ ਜਿਨ ਜਾਣਿਓ, ਭਇਓ ਤਿਹ ਸੰਸਰ ਸੋਇ। ਧਰਨ ਗਗਨ ਨਵ ਖੰਡ ਮਹਿ, ਜੋਤ ਸਵਰੂਪੀ ਰਹਿਓ ਭਰ। ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜੁਨ ਪਰਤਖ ਹਰ। ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜੁਨ ਪਰਤਖ ਹਰ। ਚਵਰ ਤਖਤ ਸਿੰਘਾਸਨ ਦੇ ਮਾਲਕ, ਸ਼ਬਦ ਸਰੂਪ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਦੇ ਸੱਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ। ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਸੱਜ ਕੇ ਬੜੇ ਪ੍ਰੇਮ ਸਹਿਤ ਆਪ ਜੀ ਨੇ ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ, ਗੁਰਬਾਣੀ ਦੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਬੜੇ ਅਦਬ ਸਹਿਤ ਸ਼ਰਵਣ ਕੀਤੇ ਹਨ। ਸੋ ਆਓ ਸਤਿਗੁਰੂ ਮਹਾਰਾਜ ਦੀ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ। ਸਭ ਤੋਂ ਪਹਿਲਾਂ ਕਲਗੀਧਰ ਸਵਾਮੀ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਬਖਸ਼ੀ ਹੋਈ ਮੁਬਾਰਕ ਫਤਿਹ ਬੁਲੰਦ ਆਵਾਜ਼ ਵਿੱਚ ਸਾਂਝੀ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੁੱਖੀ ਜੀਵਨ ਦੇ ਦੋ ਅਹਿਮ ਹਿੱਸੇ ਹਨ ਜਿਹੜੇ ਆਪਸ ਵਿੱਚ ਗਹਿਰੇ ਤਲ ਉੱਤੇ ਜੁੜੇ ਹੋਏ ਹਨ। ਇਸ ਨੂੰ ਵਿਦਵਾਨਾਂ ਨੇ ਆਪਣੀ ਬੋਲੀ ਵਿੱਚ ਨਾਮ ਦਿੱਤਾ ਹੈ ਸੂਖਮ ਅਤੇ ਅਸਥੂਲ। ਦੂਜੇ ਸ਼ਬਦਾਂ ਵਿੱਚ ਇਸ ਨੂੰ ਅਸੀਂ ਕਹਿ ਸਕਦੇ ਹਾਂ ਸਾਡੀ ਅੰਦਰੂਨੀ ਬਣਤਰ ਅਤੇ ਸਾਡਾ ਬਾਹਰੀ ਸੰਸਾਰ। ਜੇ ਇਸ ਨੂੰ ਹੋਰ ਸੌਖੇ ਢੰਗ ਨਾਲ ਸਮਝਣਾ ਹੋਵੇ ਤੇ ਇਵੇਂ ਸਮਝਿਆ ਜਾ ਸਕਦਾ ਹੈ ਵੀ ਇੱਕ ਸਾਡਾ ਸਰੀਰ ਹੈ, ਸਰੀਰ ਵਿਖਾਈ ਦੇ ਰਿਹਾ ਹੈ। ਪੰਜਾਂ ਤੱਤਾਂ ਦੀ ਹੱਡ ਮਾਸ ਦੀ ਇਹ ਦੇਹੀ, ਇਹ ਘਾੜਤ, ਇਸ ਦੇ ਅੰਦਰੂਨੀ ਤੇ ਬਹਿਰੂਨੀ ਅੰਗ ਜਿਹੜੇ ਹਨ ਉਹ ਸਕੈਨ ਕੀਤੇ ਜਾ ਸਕਦੇ ਹਨ ਅੱਜ ਦੀ ਮੈਡੀਕਲ ਸਾਇੰਸ ਦੇ ਮੁਤਾਬਕ। ਪਰ ਇਸ ਸਰੀਰ ਦੇ ਅੰਗਾਂ ਨੂੰ ਜਾਂ ਇਸ ਸਰੀਰ ਦੇ ਸਮੁੱਚੇ ਢਾਂਚੇ ਨੂੰ ਜਾਂ ਇਸ ਦੇਹੀ ਨੂੰ ਚਲਾਉਣ ਵਾਲੀ ਇੱਕ ਸੂਖਮ ਸੱਤਾ ਸਾਡੇ ਸਰੀਰ ਵਿੱਚ ਮੌਜੂਦ ਹੈ, ਜਿਹੜੀ ਆਪਣੇ ਢੰਗ ਨਾਲ ਕਾਰਜਸ਼ੀਲ ਹੈ ਔਰ ਉਸ ਦੀ ਵਜ੍ਹਾ ਕਰਕੇ ਹੀ ਅਸੀਂ ਵੇਖ ਪਾ ਰਹੇ ਹਾਂ, ਸੁਣ ਪਾ ਰਹੇ ਹਾਂ, ਚੱਲ ਰਹੇ ਹਾਂ, ਸਰੀਰ ਹਰਕਤ ਕਰਦਾ ਹੈ। ਸਾਡੇ ਅੰਦਰ ਤਰ੍ਹਾਂ ਤਰ੍ਹਾਂ ਦੇ ਜਜ਼ਬਾਤ, ਭਾਵਨਾਵਾਂ, ਵੇਗ ਪੈਦਾ ਹੁੰਦੇ ਹਨ, ਖਿਆਲ ਉਪਜਦੇ ਹਨ, ਵਿਚਾਰ ਚੱਲਦੇ ਹਨ। ਇਹ ਸਾਰਾ ਕੁਝ ਸਾਡੇ ਅੰਦਰ ਜੋ ਕੁਝ ਚੱਲ ਰਿਹਾ ਹੈ, ਇਸ ਨੂੰ ਅਸੀਂ ਆਪਣੇ ਜੀਵਨ ਦੀ ਸੂਖਮ ਭਾਵ ਨਾ ਵਿਖਾਈ ਦੇਣ ਵਾਲੀ ਸੂਖਸ਼ਮ ਬਣਤਰ ਆਖਦੇ ਹਾਂ। ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਮੁਬਾਰਕ ਬਾਣੀ ਦੀ ਮਹੱਤਤਾ ਇਹ ਹੈ ਕਿ ਸਤਿਗੁਰੂ ਮਹਾਰਾਜ ਨੇ ਕੇਵਲ ਅੰਦਰੂਨੀ ਗੱਲ ਨਹੀਂ ਕੀਤੀ ਜਾਂ ਕੇਵਲ ਬਹਿਰੂਨੀ ਗੱਲ ਨਹੀਂ ਕੀਤੀ, ਉਹਨਾਂ ਦੋਵਾਂ ਚੀਜ਼ਾਂ ਨੂੰ ਇਕੱਠਿਆਂ ਜੋੜ ਕੇ ਆਪਸ ਵਿੱਚ ਸਾਂਝੇ ਰੂਪ ਵਿੱਚ ਸਾਨੂੰ ਜੀਵਨ ਦੇ ਅਰਥ ਸਮਝਾਏ ਹਨ।
ਕਿਉਂਕਿ ਐਸੀਆਂ ਵੀ ਧਾਰਮਿਕ ਤੌਰ ਉੱਤੇ ਵਿਚਾਰਧਾਰਾਵਾਂ ਪੈਦਾ ਹੋਈਆਂ। ਕੁਝ ਐਸੇ ਸਨ ਜਿਨ੍ਹਾਂ ਨੇ ਬਹਿਰੂਨੀ ਚੀਜ਼ਾਂ 'ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਸਰੀਰ ਹੈ, ਜਿੰਨਾ ਚਿਰ ਖਾਓ ਪੀਓ ਹੰਢਾਓ, ਇਸ ਸੰਸਾਰ ਦੀਆਂ ਮੌਜਾਂ ਮਾਣੋ, ਜੋ ਤੁਹਾਡੇ ਅੰਦਰ ਖਿਆਲ ਉਪਜਦਾ ਉਸ ਨੂੰ ਪੂਰਿਆਂ ਕਰੋ, ਭਾਵੇਂ ਉਹ ਚੰਗਾ ਹੈ ਭਾਵੇਂ ਉਹ ਮੰਦਾ ਹੈ। ਇਹਦੇ ਵਿੱਚੋਂ ਹੀ ਇਹ ਸੋਚ ਨਿਕਲੀ ਪਦਾਰਥਕਵਾਦ, ਸੁੱਖ ਸਹੂਲਤਾਂ, ਕੇਵਲ ਇਹੀ ਸਾਰਾ ਕੁਝ ਜੀਵਨ ਹੈ। ਪਰ ਇਹਨਾਂ ਚੀਜ਼ਾਂ ਨੇ ਇੱਕ ਮਨੁੱਖ ਦੇ ਜੀਵਨ ਦੇ ਅੰਦਰ ਬਹੁਤ ਵੱਡੀ ਨੈਗੇਟਿਵਿਟੀ ਪੈਦਾ ਵੀ ਕਰ ਦਿੱਤੀ ਵੀ ਜਦੋਂ ਪਦਾਰਥ ਆ ਜਾਂਦੇ ਨੇ ਫਿਰ ਮਨੁੱਖ ਸੁਖੀ ਨਹੀਂ ਹੁੰਦਾ। ਇੱਕ ਦੌੜ ਵਿੱਚ ਰਹਿੰਦਾ ਸਾਰੀ ਜ਼ਿੰਦਗੀ। ਉਹ ਮਾਨਸਿਕ ਭਟਕਣਾ ਦੇ ਵਿੱਚ ਅੰਦਰੂਨੀ ਤੌਰ 'ਤੇ ਇੱਕ ਡਿਸਟਰਬੈਂਸ, ਇੱਕ ਤਣਾਅ ਨੂੰ ਹਰ ਵੇਲੇ ਹੰਢਾਉਂਦਾ ਹੈ। ਜਦੋਂ ਪਦਾਰਥ ਵਿੱਚੋਂ ਵੀ ਉਸ ਨੂੰ ਉਹ ਸੁੱਖ ਨਹੀਂ ਮਿਲਦਾ ਤੇ ਉਸ ਨੂੰ ਸਮਝ ਨਹੀਂ ਪੈਂਦੀ ਵੀ ਉਹ ਜਾਵੇ ਕਿੱਥੇ, ਉਹ ਕਰੇ ਕੀ। ਕਿਉਂਕਿ ਪਹਿਲਾਂ ਉਸਨੇ ਸਫ਼ਰ ਸ਼ੁਰੂ ਕੀਤਾ ਸੀ ਵੀ ਸ਼ਾਇਦ ਇਸ ਵਸਤੂ ਦੇ ਵਿੱਚ ਸੁੱਖ ਹੈ। ਇਹਦੀ ਬੜੀ ਬਾਕਮਾਲ ਉਦਾਹਰਣ ਗੁਰਬਾਣੀ ਨੇ ਦਿੱਤੀ ਹੈ। ਉਹ ਉਦਾਹਰਣ ਕੀ ਹੈ? ਸਤਿਗੁਰੂ ਆਖਦੇ ਜਿਵੇਂ ਇੱਕ ਪਿਆਸਾ ਹਿਰਨ ਜਿਹੜਾ ਹੈ, ਤਿਹਾਇਆ ਹਿਰਨ ਜਿਹੜਾ ਹੈ, ਉਹ ਮਾਰੂਥਲ ਵਿੱਚ ਦੌੜ ਰਿਹਾ ਹੈ। ਰੇਤ ਦੇ ਟਿੱਬੇ ਜਿਹੜੇ ਹਨ, ਕਣ ਜਿਹੜੇ ਹਨ, ਉਹ ਸੂਰਜ ਦੀ ਧੁੱਪ ਦੇ ਨਾਲ ਲਿਸ਼ਕਦੇ ਹੋਏ ਵਿਖਾਈ ਦਿੰਦੇ ਨੇ ਤੇ ਉਹਨੂੰ ਭੁਲੇਖਾ ਪੈਂਦਾ ਵੀ ਪਾਣੀ ਹੈ ਤੇ ਪਿਆਸਾ ਪਾਣੀ ਵੱਲ ਹੀ ਦੌੜੇਗਾ, ਨਿਸ਼ਚਿਤ ਬਾਤ ਹੈ। ਹੁਣ ਉਹ ਜਿੰਨਾ ਦੌੜਦਾ ਹੈ ਓਨਾ ਹੀ ਦੂਰ, ਕਿਉਂਕਿ ਸੈਂਕੜੇ ਕੋਹਾਂ ਵਿੱਚ ਮਾਰੂਥਲ ਹੈ, ਓਨੀ ਦੂਰ ਉਸ ਨੂੰ ਝੌਲਾ ਪੈਂਦਾ, ਭੁਲੇਖਾ ਪੈਂਦਾ ਵੀ ਪਾਣੀ ਹੈ, ਪਰ ਪਾਣੀ ਉੱਥੇ ਹੈ ਹੀ ਨਹੀਂ। ਆਖਰ ਦਮ ਟੁੱਟਦਾ ਤੇ ਮਰ ਜਾਂਦਾ। ਦੌੜਦਿਆਂ ਦੌੜਦਿਆਂ ਸਰੀਰ ਦੀ ਐਨਰਜੀ, ਤਾਕਤ ਸਾਰੀ ਦੀ ਸਾਰੀ ਜ਼ਾਇਆ ਹੋ ਜਾਂਦੀ, ਖਤਮ ਹੋ ਜਾਂਦੀ। ਪਿਆਸ ਨਾਲ, ਗਰਮੀ ਨਾਲ ਦਮ ਉਖੜ ਜਾਣ ਦੇ ਉੱਤੇ ਮੌਤ ਹੋ ਗਈ, ਪਰ ਪਾਣੀ ਨਹੀਂ ਮਿਲਿਆ। ਦਰਅਸਲ ਪਾਣੀ ਉੱਥੇ ਹੈ ਹੀ ਨਹੀਂ ਸੀ। ਅੱਖਾਂ ਨੂੰ, ਤਿਹਾਏ ਹਿਰਨ ਨੂੰ, ਪਿਆਸੇ ਹਿਰਨ ਨੂੰ ਅੱਖਾਂ ਦੇ ਰਾਹੀਂ ਝੌਲਾ ਪਿਆ, ਭਰਮ ਪਿਆ ਪਾਣੀ ਦੇ ਹੋਣ ਦਾ। ਇਹ ਉਦਾਹਰਣ ਮਹਾਰਾਜ ਨੇ ਕਿਸ ਸੰਦਰਭ ਵਿੱਚ ਦਿੱਤੀ ਹੈ, ਕੰਟੈਕਸਟ ਵਿੱਚ ਦਿੱਤੀ ਹੈ, ਸਮਝਣ ਦੀ ਜ਼ਰੂਰਤ ਹੈ। ਪਾਤਸ਼ਾਹ ਨੇ ਕਿਹਾ ਅਸੀਂ ਮਿੱਥਦੇ ਹਾਂ ਵੀ ਆਹ ਚੀਜ਼ ਹਾਸਲ ਕਰ ਲਓ, ਇਹਦੇ ਵਿੱਚ ਸੁੱਖ ਹੈ। ਤੁਸੀਂ ਫਿਰ ਦੌੜਦੇ ਹੋ, ਭੱਜਦੇ ਹੋ। ਜਦੋਂ ਉਸ ਮੁਕਾਮ ਤੱਕ ਵੀ ਤੁਸੀਂ ਪਹੁੰਚ ਜਾਂਦੇ ਹੋ ਤੇ ਸਿਚੁਏਸ਼ਨ ਹੋਰ ਕੰਪਲੀਕੇਟਡ ਹੋ ਜਾਂਦੀ ਹੈ। ਮੰਨ ਲਓ, ਮੈਂ ਉਦਾਹਰਣ ਦਿੰਦਾ ਹਾਂ, ਇੱਕ ਮਨੁੱਖ ਸੋਚਦਾ ਹੈ ਵੀ ਮੈਂ ਬਹੁਤ ਵੱਡੀ ਪਦਵੀ ਤੱਕ ਪਹੁੰਚਾਂ। ਉਹਦੇ ਲਈ ਉਹ ਕਿੰਨੇ ਜੋੜ ਤੋੜ ਕਰਦਾ ਹੈ, ਯਤਨ ਕਰਦਾ ਹੈ, ਸੰਘਰਸ਼ ਕਰਦਾ ਹੈ, ਸਟਰਗਲ ਕਰਦਾ ਹੈ, ਮਿਹਨਤ ਕਰਦਾ ਹੈ, ਬੜਾ ਕੁਝ ਰਲਾ ਮਿਲਾ ਕੇ ਉੱਥੋਂ ਤੱਕ ਉਹ ਪਹੁੰਚ ਜਾਂਦਾ ਹੈ। ਮੰਨ ਲਓ ਹੁਣ ਉਸ ਪਦਵੀ ਦੀਆਂ ਆਪਣੀਆਂ ਰਿਕੁਆਇਰਮੈਂਟਸ ਨੇ। ਉੱਥੇ ਜਦੋਂ ਉਹ ਬੈਠਦਾ ਤੇ ਉਹ ਵੇਖਦਾ ਹੈ ਵੀ ਮੈਂ ਤਾਂ ਇਹ ਸੋਚਿਆ ਸੀ ਵੀ ਪਦਵੀ 'ਤੇ ਬਹਿਣ ਵਾਲਾ ਬੰਦਾ ਬੜਾ ਸੁਖੀ ਹੋ ਜਾਂਦਾ, ਪਰ ਇੱਥੇ ਤੇ ਬਹੁਤ ਵੱਡੀ ਖਲਜਗਣ ਹੈ। ਜ਼ਿੰਮੇਵਾਰੀਆਂ ਕਿੰਨੀਆਂ ਨੇ, ਫਰਜ਼ ਕਿੰਨੇ ਨੇ, ਫਿਰ ਮੁਸ਼ਕਲਾਂ ਕਿੰਨੀਆਂ ਨੇ। ਇਸ ਜਿਹੜੀ ਸਿਚੁਏਸ਼ਨ 'ਚ ਮੈਂ ਹੁਣ ਪਹੁੰਚਿਆ, ਜਿਹੜੀ ਜਗ੍ਹਾ 'ਤੇ ਮੈਂ ਹੁਣ ਪਹੁੰਚਿਆ, ਇਹਦਾ ਆਲਾ ਦੁਆਲਾ ਕਿੰਨਾ ਗਹਿਰਾ ਹੈ। ਉਹ ਜਦੋਂ ਉਸ ਪਦਵੀ ਤੱਕ ਪਹੁੰਚਦਾ ਹੈ ਤਾਂ ਫਿਰ ਉਹ ਇਹਨਾਂ ਸਾਰੀਆਂ ਚੀਜ਼ਾਂ ਵਿੱਚ ਫਸਦਾ ਹੈ। ਔਰ ਇਹਦੇ ਨਾਲ ਇੱਕ ਚਿੰਤਾ ਹੋਰ ਉਹਦੇ ਮਨ 'ਚ ਆ ਜਾਂਦੀ ਹੈ ਕਿ ਮੈਂ ਬੜੇ ਨੀਵੇਂ ਦਰਜੇ ਤੋਂ ਉੱਠ ਕੇ ਉੱਚੇ ਦਰਜੇ 'ਤੇ ਪਹੁੰਚਿਆ, ਜੇ ਕੱਲ੍ਹ ਨੂੰ ਇਹ ਦਰਜਾ ਮੇਰੇ ਕੋਲ ਨਾ ਰਿਹਾ ਤਾਂ ਮੈਂ ਫਿਰ ਨੀਵਾਂ ਹੋ ਜਾਵਾਂਗਾ। ਫਿਰ ਮੈਨੂੰ ਕੀ ਕਰਨਾ ਚਾਹੀਦਾ? ਇਸ ਪਦਵੀ ਨੂੰ ਬਣਾਈ ਰੱਖਣ ਵਾਸਤੇ ਕੋਈ ਯਤਨ ਕਰਨਾ ਚਾਹੀਦਾ। ਫਿਰ ਉਹ ਹੱਥ ਪੈਰ ਮਾਰਦਾ ਵੀ ਜਾਂ ਤਾਂ ਮੈਂ ਇਹਦੋਂ ਉੱਚੀ ਜਗ੍ਹਾ ਪਹੁੰਚਾਂ ਤੇ ਨਾ ਘੱਟੋ ਘੱਟ ਇਹ ਤਾਂ ਥਾਂ ਮੇਰੀ ਬਣੀ ਰਹੇ, ਇਹਦੋਂ ਥੱਲੇ ਹੁਣ ਨਹੀਂ ਮੈਂ ਜਾ। ਇੱਕ ਸਟੇਟਸ ਮਿਥ ਲਿਆ ਨਾ ਬੰਦੇ ਨੇ। ਫਿਰ ਉਸ ਪਦਵੀ 'ਤੇ ਬਹਿ ਕੇ ਵੀ ਇਸ ਖਤਰੇ ਨੂੰ ਮਹਿਸੂਸ ਕਰਦਾ ਰਹਿੰਦਾ, ਇੱਕ ਡਰ ਵਿੱਚ ਜੀਂਦਾ ਵੀ ਇਹ ਕਿਤੇ ਚਲੀ ਨਾ ਜਾਏ, ਇਹ ਗਵਾਚ ਨਾ ਜਾਏ, ਇਹ ਖੁੱਸ ਨਾ ਜਾਏ, ਕੋਈ ਹੋਰ ਨਾ ਲੈ ਲਵੇ, ਮੈਂ ਨੀਵਾਂ ਜਾਂ ਛੋਟਾ ਨਾ ਹੋ ਜਾਵਾਂ। ਹੁਣ ਤੁਸੀਂ ਵੇਖੋ ਵੀ ਜੀਵਨ ਡਿਪੈਂਡ ਹੋ ਗਿਆ, ਨਿਰਭਰ ਹੋ ਗਿਆ ਉਸ ਚੀਜ਼ ਦੇ ਉੱਤੇ। ਗਵਾਚਣ ਦਾ ਡਰ ਹੈ, ਖੁੱਸ ਜਾਣ ਦਾ ਡਰ ਹੈ, ਦੂਰ ਚਲੇ ਜਾਣ ਦਾ ਡਰ ਹੈ, ਨੀਵੇਂ ਹੋ ਜਾਣ ਦਾ ਡਰ ਹੈ, ਕਮਜ਼ੋਰ ਹੋ ਜਾਣ ਦਾ ਡਰ। ਕਿੰਨੇ ਡਰ ਉਸ ਦੇ ਮਨ ਅੰਦਰ ਹਰ ਵੇਲੇ ਪਲਦੇ ਨੇ। ਉਹ ਉੱਥੇ ਬੈਠਾ ਹੋਇਆ ਵੀ ਅੰਡਰ ਪ੍ਰੈਸ਼ਰ ਹੈ, ਉਹਦੇ ਅੰਦਰ ਇੱਕ ਤਣਾਅ ਬਣਿਆ ਹੋਇਆ, ਤੇ ਫਿਰ ਉਹਦੇ ਲਈ ਉਹ ਫਿਰ ਜਾਇਜ਼ ਨਜਾਇਜ਼ ਹੀਲੇ ਵੀ ਵਰਤਦਾ। ਜਦੋਂ ਉਹਨੂੰ ਇਹ ਡਰ ਸਤਾਉਂਦਾ ਨਾ ਮੈਂ ਛੋਟੇ ਹੋ ਜਾਣਾ ਜੇ ਇਹ ਚੀਜ਼ ਨਾ ਰਹੀ ਤਾਂ, ਗਰੀਬ ਹੋ ਜਾਣਾ ਜੇ ਇਹ ਵਸਤੂ ਨਾ ਰਹੀ ਤਾਂ, ਮੇਰਾ ਸਟੇਟਸ ਖਤਮ ਹੋ ਜਾਣਾ ਜੇ ਇਹ ਥਾਂ ਨਾ ਰਹੀ ਤਾਂ, ਫਿਰ ਉਹਦੇ ਲਈ ਉਹ ਨਜਾਇਜ਼ ਕਰਨ ਲਈ ਵੀ ਤਿਆਰ ਹੋ ਜਾਂਦਾ। ਹੁਣ ਤੁਸੀਂ ਵੇਖੋ ਸਫ਼ਰ ਕਿੱਥੋਂ ਸ਼ੁਰੂ ਹੋਇਆ ਸੀ। ਮਹਾਰਾਜ ਗੁਰੂ ਅਰਜਨ ਸਾਹਿਬ ਦਾ ਵਾਕ ਹੈ, ਜਿਸ ਗ੍ਰੇ ਬਹੁਤ ਤਿਸੈ ਗ੍ਰੇ ਚਿੰਤਾ। ਮਹਾਰਾਜ ਕਹਿੰਦੇ ਜਦੋਂ ਬਹੁਤ ਆ ਜਾਂਦਾ ਤੇ ਚਿੰਤਾ ਵੀ ਹੁੰਦੀ ਹੈ ਵੀ ਇਹ ਚਲਿਆ ਨਾ ਜਾਏ।
ਜਿਸ ਗਰੇ ਥੋੜੀ ਸੋ ਫਿਰੈ ਭਰਮੰਤਾ, ਜਿਹਦੇ ਕੋਲ ਥੋੜਾ ਹੈ ਉਹ ਭਟਕਣਾ ਚਾਹੇ ਵੀ ਮੇਰੇ ਕੋਲ ਥੋੜਾ ਕਿਉਂ, ਵੱਧ ਹੋਣਾ ਚਾਹੀਦਾ। ਉਹਨੂੰ ਲੱਗਦਾ ਵੀ ਵੱਧ ਵਾਲਾ ਜ਼ਿਆਦਾ ਸੈਟਿਸਫਾਈ ਹੈ, ਜ਼ਿਆਦਾ ਖੁਸ਼ ਹੈ, ਜ਼ਿਆਦਾ ਆਨੰਦ ਵਿੱਚ ਹੈ। ਪਰ ਗੁਰੂ ਅਰਜਨ ਸਾਹਿਬ ਨੇ ਨਿਚੋੜ ਕੱਢਦਿਆਂ ਕਿਹਾ, ਦੁਹੂ ਵਿਵਸਥਾ ਤੇ ਜੋ ਮੁਕਤਾ, ਸੋਈ ਸੁਹੇਲਾ ਭਾਲੀਐ। ਤੁਹਾਡੇ ਅੰਦਰੂਨੀ ਤੌਰ ਤੁਸੀਂ ਸਟਰਗਲ ਕਰੋ, ਸੰਘਰਸ਼ ਕਰੋ, ਯਤਨ ਕਰੋ, ਮਿਹਨਤ ਕਰੋ, ਇਹ ਜ਼ਰੂਰੀ ਹੈ। ਪਰ ਸਤਿਗੁਰੂ ਮਹਾਰਾਜ ਕਹਿੰਦੇ ਵੀ ਜੇ ਤੁਸੀਂ ਡਿਪਰੈਸ਼ਨ ਵਿੱਚੋਂ, ਭਟਕਣਾ ਵਿੱਚੋਂ, ਤਾਂ ਸਤਿਗੁਰੂ ਆਖਦੇ ਨੇ ਉਹ ਥੋੜ੍ਹੀ ਚੀਜ਼ ਵੀ ਤੁਹਾਡੇ ਲਈ ਤਕਲੀਫ ਦੇ ਹੈ। ਅਤੇ ਜੇ ਬਹੁਤੀ ਮਿਲ ਜਾਏ ਉਸ ਵੇਲੇ ਤੁਸੀਂ ਚਿੰਤਾ ਵਿੱਚੋਂ, ਉਦੋਂ ਵੀ ਜੇ ਤੁਸੀਂ ਇਹ ਬਿਮਾਰੀ ਅੰਦਰ ਪਾਲ ਰੱਖੀ ਹੈ, ਤੇ ਮਹਾਰਾਜ ਕਹਿੰਦੇ ਤੁਹਾਨੂੰ ਕੋਈ ਸੁਖੀ ਨਹੀਂ ਕਰ ਸਕਦਾ, ਨਾ ਥੋੜ੍ਹੀ ਵਾਲੇ ਨੂੰ ਨਾ ਬਹੁਤੀ ਵਾਲੇ ਨੂੰ। ਸੁਖੀ ਕੌਣ ਹੋ ਸਕਦਾ? ਦੁਹੂ ਵਿਵਸਥਾ। ਭਟਕਣਾ ਤੇ ਚਿੰਤਾ ਦੋਵਾਂ ਰੋਗਾਂ ਤੋਂ ਮੁਕਤ ਹੋਣਾ ਪਏਗਾ, ਸੁਖੀ ਉਹ ਮਨੁੱਖ ਹੈ। ਫਿਰ ਭਾਵੇਂ ਚੀਜ਼ਾਂ ਥੋੜ੍ਹੀਆਂ ਹੋਣ ਜਾਂ ਬਹੁਤੀਆਂ ਹੋਣ, ਕੋਈ ਫਰਕ ਨਹੀਂ ਪੈਂਦਾ। ਤੇ ਦੋਵਾਂ ਹਾਲਤਾਂ ਵਿੱਚ ਹੀ ਮਨੁੱਖ ਸੈਟਿਸਫਾਈ ਹੈ। ਉਹਨੂੰ ਲੱਗਦਾ ਵੀ ਇਹ ਜੀਵਨ ਦੇ ਵਕਤ ਨੇ, ਥੋੜ੍ਹਾ ਵੀ ਹੋ ਸਕਦਾ, ਬਹੁਤਾ ਵੀ ਹੋ ਸਕਦਾ। ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਸਾਨੂੰ ਜੀਵਨ ਦਾ ਇਹ ਤਲ ਸਮਝਾਉਂਦੀ ਹੈ। ਉੱਥੇ ਹੁਣ ਸਤਿਗੁਰੂ ਮਹਾਰਾਜ ਕਹਿ ਰਹੇ ਹਨ, ਜਿਹੜਾ ਮੈਂ ਪਹਿਲਾ ਨੁਕਤਾ ਤੁਹਾਡੇ ਨਾਲ ਸਾਂਝਾ ਕੀਤਾ ਸੀ, ਉਹ ਉੱਥੇ ਹੁਣ ਮਨੁੱਖ ਜਦੋਂ ਪਦਾਰਥ ਬਾਹਰੀ ਚੀਜ਼ ਨਾਲ ਜੁੜਿਆ, ਉਹਨੇ ਵੇਖਿਆ ਵੀ ਬਾਹਰ ਦੀਆਂ ਸਾਰੀਆਂ ਚੀਜ਼ਾਂ ਹੀ ਜੀਵਨ ਨੇ। ਅਤੇ ਜਦੋਂ ਉਹ ਫਿਰ ਉਹਨਾਂ ਦੇ ਚੱਕਰ ਵਿੱਚ ਉਲਝਿਆ ਤਾਂ ਉੱਥੇ ਫਿਰ ਕੀ ਵਾਪਰਿਆ ਵੀ ਉਹਦੇ ਅੰਦਰ ਕਈ ਨੈਗੇਟਿਵਿਟੀਜ਼ ਵੀ ਪੈਦਾ ਹੋਈਆਂ। ਹੁਣ ਦੂਜਾ ਤਲ ਵੇਖੀਏ, ਐਸੀ ਧਾਰਾ ਵੀ ਪੈਦਾ ਹੋਈ ਜਿਨ੍ਹਾਂ ਨੇ ਆਖਿਆ ਨਹੀਂ, ਬਾਹਰ ਦੀਆਂ ਸਭ ਚੀਜ਼ਾਂ ਵਿਅਰਥ ਨੇ, ਮਿਥਿਆ ਨੇ, ਛੱਡ ਦਿਓ, ਤਿਆਗ ਦਿਓ, ਅੰਦਰੂਨੀ ਜੀਵਨ ਵੱਲ ਧਿਆਨ ਦਿਓ। ਤੁਹਾਡੀ ਆਤਮਾ ਸ਼ੁੱਧ ਹੋਣੀ ਚਾਹੀਏ, ਤੁਸੀਂ ਮੁਕਤੀ ਦਾ ਰਾਹ ਤਲਾਸ਼ੋ। ਉਹਦੇ ਵਿੱਚੋਂ ਵੈਰਾਗੀ ਪੈਦਾ ਹੋਏ, ਸੰਨਿਆਸੀ ਪੈਦਾ ਹੋਏ, ਫਕੀਰੀ ਵੇਸ ਪੈਦਾ, ਬੜਾ ਕੁਝ ਪੈਦਾ ਹੋਇਆ। ਉਹਦੇ 'ਚੋਂ ਵੀ ਇੱਕ ਵੱਖਰੀਆਂ ਵਿਚਾਰਧਾਰਾਵਾਂ ਪੈਦਾ ਹੋਈਆਂ। ਮਹਾਰਾਜ ਨੇ ਤੱਕਿਆ ਇਹ ਮਨੁੱਖ ਮੁਕਤੀ ਦੇ ਪ੍ਰਤੀ ਚੇਤੰਨਤਾ ਹਨ, ਇਹ ਮਨੁੱਖ ਆਤਮਿਕ ਸ਼ੁੱਧੀ ਦੇ ਪ੍ਰਤੀ ਚੇਤੰਨਤਾ ਹਨ। ਇਹ ਤਾਂ ਚਾਹੁੰਦੇ ਨੇ ਵੀ ਮਨੁੱਖ ਦੇ ਅੰਦਰੋਂ ਉਹ ਕਮੀਆਂ ਨਿਕਲਣ ਜਿਹੜੀਆਂ ਬਾਹਰ ਆਲੇ ਦੁਆਲੇ ਸਮਾਜ ਸੰਸਾਰ 'ਚ ਵਿਖਾਈ ਦੇ ਰਹੀਆਂ ਨੇ। ਪਰ ਇਹ ਵੀ ਜੀਵਨ ਦਾ ਇੱਕੋ ਪਾਖੀ ਸੋਚ ਕੇ ਚੱਲ ਰਹੇ ਨੇ। ਬਾਹਰ ਦੇ ਜੀਵਨ ਨੂੰ, ਜਿਹੜਾ ਰੱਬ ਨੇ ਸਰੀਰ ਦਿੱਤਾ, ਜਿਹੜੀਆਂ ਸਰੀਰ ਦੇ ਨਾਲ ਜੁੜੀਆਂ ਬਾਕੀ ਸਮਾਜਿਕ ਜ਼ਿੰਮੇਵਾਰੀਆਂ ਨੇ, ਸੰਸਾਰਕ ਜੀਵਨ ਹੈ ਜਿਹੜਾ, ਇਹ ਉਸ ਨੂੰ ਕਿਨਾਰੇ ਕਰਕੇ ਕੇਵਲ ਤੇ ਕੇਵਲ ਮੁਕਤੀ ਤੇ ਆਤਮਿਕ ਸ਼ੁੱਧੀ ਦੇ ਇਹਨਾਂ ਸ਼ਬਦਾਂ ਤੱਕ ਸੀਮਤ ਹੋ ਗਏ। ਉਹ ਫਿਰ ਕਿਸੇ ਵੀ ਚੀਜ਼ ਬਾਹਰੀ, ਕਿਸੇ ਵੀ ਸਾਂਝ ਨਾਲ, ਬਾਹਰੀ ਤੌਰ 'ਤੇ ਕਿਸੇ ਵੀ ਵਸਤੂ ਨਾਲ ਨਾ ਸਾਂਝ ਰੱਖਦੇ ਨੇ, ਨਾ ਸੰਬੰਧ ਰੱਖਦੇ ਨੇ, ਨਾ ਇਵੇਂ ਤਾਂ ਮਨੁੱਖ ਦਾ ਜੀਵਨ ਅਪਾਹਜ ਹੋ ਜਾਏਗਾ। ਵੀ ਹੁਣ ਭੁੱਖ ਹੈ ਸਰੀਰ ਨੂੰ। ਤੁਸੀਂ ਵੇਖੋ, ਗੱਲ ਆਤਮਿਕ ਸ਼ੁੱਧੀ ਤੇ ਮੁਕਤੀ ਵਾਲਿਆਂ ਦੀ ਇੱਥੋਂ ਤੱਕ ਜਾ ਪਹੁੰਚੀ, ਜਿਨ੍ਹਾਂ ਨੇ ਆਖਿਆ ਵੀ ਬਾਹਰ ਦੀਆਂ ਚੀਜ਼ਾਂ ਨਾਲ ਰਿਲੇਸ਼ਨ ਰੱਖਣ ਦਾ ਅਰਥ ਹੀ ਕੀ ਹੈ। ਉਹ ਤਾਂ ਇੰਨੇ ਗਹਿਰੇ ਚਲੇ ਗਏ ਕਿ ਉਹਨਾਂ ਆਖਿਆ ਵੀ ਜੇ ਭੁੱਖ ਲੱਗਦੀ ਹੈ ਤੇ ਭੁੱਖ ਤੋਂ ਵੀ ਦਰਕਿਨਾਰ ਕਰੋ, ਖਾਣ ਦੀ ਲੋੜ ਨਹੀਂ, ਵਰਤ ਰੱਖ ਲਓ। ਅੱਖਾਂ ਨਾਲ ਵੇਖਣ ਦੀ ਕੀ ਲੋੜ, ਅੱਖਾਂ ਬੰਦ ਕਰ ਲਓ। ਕੰਨਾਂ ਨਾਲ ਸੁਣਨ ਦੀ ਲੋੜ ਨਹੀਂ, ਕੰਨ ਮੂੰਦ ਲਓ। ਬੋਲਣ ਦੀ ਲੋੜ ਨਹੀਂ, ਮੌਨ ਧਾਰਨ ਕਰ ਲਓ। ਉਹਨਾਂ ਨੇ ਸਰੀਰ ਨੂੰ ਵੀ, ਸਰੀਰ ਦੀਆਂ ਹਰਕਤਾਂ ਵੀ ਇੰਨੀਆਂ ਸੀਮਤ ਕਰਨੀਆਂ ਸ਼ੁਰੂ ਕਰ ਦਿੱਤੀਆਂ ਵੀ ਉਹ ਮਨੁੱਖ ਜੜ ਪੱਥਰ ਵਾਂਗ ਹੀ ਆਪਣੀ ਜ਼ਿੰਦਗੀ ਜੀਣ ਤੇ ਮਜਬੂਰ ਹੋ ਗਏ। ਇੱਕ ਖਿਆਲ ਨੇ ਉਹਨਾਂ ਨੂੰ ਇੱਥੋਂ ਤੱਕ ਲਿਆ, ਖੜਿਆਂ ਕੀਤਾ। ਹੁਣ ਵੇਖੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਦੋਵਾਂ ਪੱਖਾਂ ਦਾ ਹੀ ਜ਼ਿਕਰ ਹੈ। ਸਤਿਗੁਰੂ ਜਿਹੜੇ ਸਰੀਰ ਦੀਆਂ ਹਰਕਤਾਂ ਨੂੰ ਵੀ ਇੰਨਾ ਸੀਮਤ ਕਰਕੇ, ਯਾਨੀ ਕਿ ਉਹਨਾਂ ਨੂੰ ਦੀ ਕੁਦਰਤੀ ਦਾਤਾਂ ਨੇ ਜਿਹੜੀਆਂ, ਉਹਨਾਂ ਦੀ ਵੀ ਜਿਹੜੇ ਵਰਤੋਂ ਨਹੀਂ ਕਰ ਰਹੇ ਸਤਿਗੁਰੂ, ਉਹਨਾਂ ਨੂੰ ਵੀ ਬਾਣੀ ਦੇ ਵਿੱਚ ਉਹਨਾਂ ਦੇ ਇਹਨਾਂ ਕਰਮਾਂ ਦਾ ਜਾਂ ਉਹਨਾਂ ਦੀ ਇਸ ਅਧੂਰੀ ਵਿਚਾਰਧਾਰਾ ਦਾ ਵੀ ਖੰਡਨ ਕਰ ਰਹੇ ਨੇ। ਅਤੇ ਜਿਹੜੇ ਮਨੁੱਖ ਕੇਵਲ ਪਦਾਰਥਵਾਦੀ ਹੋ ਕੇ ਵੀ ਬਸ ਅੱਖਾਂ ਨਾਲ ਵੇਖਣਾ, ਇਹ ਭਰਮ ਛੱਡ ਦਿਓ ਵੀ ਕੀ ਵੇਖਣਾ ਕੀ ਨਹੀਂ ਵੇਖਣਾ। ਜੋ ਤੁਸੀਂ ਵੇਖਣਾ ਮੰਦਾ ਚੰਗਾ ਸਭ ਵੇਖੀ ਚੱਲੋ, ਜੋ ਸੁਣਨਾ ਸੁਣੀ ਚੱਲੋ, ਮਾੜਾ ਵੀ ਸੁਣੀ ਚੱਲੋ, ਮਾੜਾ ਵੀ ਬੋਲੀ ਚੱਲੋ। ਪਦਾਰਥਾਂ ਦੀ ਹਵਸ ਵਿੱਚ ਜੀਓ, ਲੋਭ ਲਾਲਚ ਵਿੱਚ ਜੀਓ, ਲੁੱਟ ਖੋਹ ਕਰੋ, ਜ਼ੁਲਮ ਸਿਤਮ ਵੀ ਕਰਨਾ ਪਏ ਤੇ ਕਰੋ, ਪਦਾਰਥਕ ਪਕੜ ਵਿੱਚ ਜੀਓ। ਉਹਨਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਉਹਨਾਂ ਦੇ ਵੀ ਐਸੇ ਖਿਆਲਾਂ ਦਾ ਖੰਡਨ ਕੀਤਾ। ਸਤਿਗੁਰੂ ਨੇ ਆਖਿਆ ਨਹੀਂ, ਬੈਲੈਂਸ ਹੋਣਾ ਚਾਹੀਦਾ ਜੀਵਨ 'ਚ। ਅਤੇ ਬੈਲੈਂਸ ਕਦੋਂ ਬਣੇਗਾ? ਜਦੋਂ ਤੁਸੀਂ ਆਪਣੇ ਆਤਮਿਕ ਜੀਵਨ ਨੂੰ ਅਤੇ ਆਪਣੇ ਬਾਹਰੀ ਜੀਵਨ ਨੂੰ, ਦੋਵਾਂ ਨੂੰ ਜੋੜ ਕੇ ਇੱਕ ਸਹਿਜ ਵਿੱਚ। ਇਸੇ ਲਈ ਗੁਰਮਤ ਨੇ ਸਹਿਜ ਦੀ ਗੱਲ ਸਭ ਤੋਂ ਵਧੇਰੇ ਕੀਤੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸਹਿਜ ਅਵਸਥਾ, ਚੌਥਾ ਪਾਦ, ਟਿਕਾ, ਸ਼ਾਂਤੀ, ਇਹਨਾਂ ਸ਼ਬਦਾਂ ਦਾ ਕਿੰਨਾ ਗਹਿਰਾ ਭਾਵ ਹੈ, ਇਹ ਸਮਝਣ ਦੀ ਜ਼ਰੂਰਤ ਹੈ। ਉਹਦਾ ਭਾਵ ਹੈ ਬੈਲੈਂਸ ਵਿੱਚ ਰਹਿਣਾ।
ਕਿ ਤੁਸੀਂ ਆਤਮਿਕ ਜੀਵਨ ਨੂੰ ਵੀ ਨਕਾਰ ਨਹੀਂ ਸਕਦੇ, ਤੁਸੀਂ ਫਿਜ਼ੀਕਲੀ ਲੋੜਾਂ ਨੂੰ ਤੇ ਸੰਸਾਰ ਦੀਆਂ ਜ਼ਿੰਮੇਵਾਰੀਆਂ ਤੇ ਫਰਜ਼ਾਂ ਨੂੰ ਵੀ ਨਕਾਰ ਨਹੀਂ ਸਕਦੇ। ਦੋਵਾਂ ਦੇ ਵਿੱਚ ਇੱਕ ਤਵਾਜ਼ਨ ਬਣਾ ਕੇ ਜੀਵਨ ਜੀਣਾ ਪਏਗਾ। ਇਸੇ ਲਈ ਭੱਟ ਸਾਹਿਬਾਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਕੀ ਕਿਹਾ ਸੀ? ਕਬ ਕਲ ਸੁਜਸ ਗਾਵੋਂ ਗੁਰੂ ਨਾਨਕ, ਰਾਜ ਜੋਗ ਜਿਨ ਮਾਣਿਆ। ਜਦੋਂ ਅਸੀਂ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਦੀ ਗੱਲ ਕਰਦੇ ਹਾਂ ਨਾ, ਕਿ ਸਤਿਗੁਰੂ ਨੇ ਮਹਾਨ ਸ਼ਹਾਦਤ ਦਿੱਤੀ, ਉਹ ਤਤੀ ਤਵੀ ਤੇ ਬਿਰਾਜੇ, ਉਬਲਦੀ ਦੇਗ ਵਿੱਚ ਬਿਰਾਜੇ, ਸੀਸ ਤੇ ਗਰਮ ਰੇਤਾ ਪਿਆ, ਮਹਾਰਾਜ ਦਾ ਜਿਸਮ ਇੰਨੇ ਤਸੀਹੇ ਸਹਿ ਕੇ ਸਤਿਗੁਰੂ ਪਾਤਸ਼ਾਹ ਨੇ ਸ਼ਹਾਦਤ ਪ੍ਰਾਪਤ ਕੀਤੀ। ਪਰ ਗੱਲ ਕੇਵਲ ਇੰਨੇ ਕੁ ਦਾਇਰੇ ਵਿੱਚ, ਇੰਨੇ ਕੁ ਟਾਈਮ ਪੀਰੀਅਡ ਵਿੱਚ ਸ਼ੁਰੂ ਨਹੀਂ ਹੋਈ। ਇਸ ਤਲ ਤੱਕ ਪਹੁੰਚਣ ਤੋਂ ਪਹਿਲਾਂ ਵੀ ਜਿਹੜਾ ਗੁਰੂ ਅਰਜਨ ਸਾਹਿਬ ਨੇ ਜੀਵਨ ਜੀਵਿਆ ਹੈ ਨਾ, ਉਹ ਵੀ ਇੱਕ ਸ਼ਹੀਦੀ ਜੀਵਨ ਹੈ। ਇਹ ਤਾਂ ਇੱਕ ਘਟਨਾ ਹੈ ਨਾ ਸਰੀਰ ਨਾਲ ਵਾਪਰੀ ਹੋਈ, ਕਿ ਸਰੀਰਕ ਤੌਰ 'ਤੇ ਮਹਾਰਾਜ ਨੂੰ ਜਾਬਰ ਜ਼ੁਲਮ ਕਰਨ ਵਾਲੀ ਹਕੂਮਤ ਨੇ ਤਸੀਹੇ ਦਿੱਤੇ, ਅਤੇ ਮਹਾਰਾਜ ਪਾਤਸ਼ਾਹ ਦਾ ਸਰੀਰ ਜਿਹੜਾ ਸੀ, ਸਰੀਰ ਦਾ ਠੀਕਰਾ ਮਹਾਰਾਜ ਨੇ ਜ਼ੁਲਮ ਸਿਰ ਭੰਨਿਆ ਅਤੇ ਸਤਿਗੁਰੂ ਦੀ ਸ਼ਹੀਦੀ ਹੋਈ। ਪਰ ਗੁਰੂ ਮਹਾਰਾਜ ਨੇ ਤਾਂ ਇੱਕ ਪਲ ਪਲ ਹੀ ਸ਼ਹੀਦਾਂ ਵਾਲਾ ਜੀਵਿਆ। ਉਹ ਕਿਵੇਂ, ਇਸ ਗੱਲ ਨੂੰ ਸਮਝੀਏ। ਸਤਿਗੁਰੂ ਮਹਾਰਾਜ ਨੇ ਸਭ ਤੋਂ ਪਹਿਲਾਂ ਆਪਣੀ ਆਤਮਿਕ ਬਣਤਰ ਨੂੰ ਸਵਾਰਿਆ। ਚੇਤੇ 'ਚ ਰੱਖਿਓ, ਆਪਣੇ ਮਨ ਨੂੰ, ਆਪਣੀ ਸੁਰਤ ਨੂੰ, ਆਪਣੀ ਆਤਮਾ ਨੂੰ ਇੰਨਾ ਪਾਕ ਤੇ ਪਵਿੱਤਰ ਕੀਤਾ ਗੁਰੂ ਉਪਦੇਸ਼ ਦੀ ਕਮਾਈ ਨਾਲ। ਤਾਂ ਹੀ ਇਹ ਭੱਟ ਕਲਸਰ ਸਾਹਿਬ ਨੇ ਲਿਖਿਆ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਬ੍ਰਹਮ ਪਛਾਨਣਾ, ਬ੍ਰਹਮ ਕਿਵੇਂ ਪਛਾਣਿਆ ਜਾਏਗਾ? ਸੱਚ ਕਿਵੇਂ ਪਹਿਚਾਣਿਆ ਜਾਏਗਾ? ਸੱਚ ਨਾਲ ਕਿਵੇਂ ਇੱਕ ਸੁਰਤਾ ਹਾਸਲ ਹੋਏਗੀ? ਜਦੋਂ ਜੀਵਨ ਵਿੱਚ ਹਉਮੈ ਦਾ ਜ਼ੋਰ ਘਟ ਜਾਏਗਾ, ਜਦੋਂ ਲੋਭ, ਲਾਲਚ, ਹਿਰਸ, ਵਿਸ਼ੇ ਵਿਕਾਰ, ਮੰਦੀਆਂ ਵਾਸ਼ਨਾਵਾਂ, ਨੈਗੇਟਿਵਿਟੀ, ਮੰਦੇ ਖਿਆਲ, ਅੰਤਰ ਆਤਮੇ ਨੂੰ ਲੱਗਦੀ ਮੈਲ, ਉਹ ਸਭ ਧੁੱਪ ਜਾਏ, ਫਿਰ ਬ੍ਰਹਮ ਦੀ ਪਛਾਣ ਹੁੰਦੀ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਬਾਰ-ਬਾਰ ਦੱਸਿਆ ਗਿਆ। ਤੇ ਇਹ ਜੀਵਨ ਜੀਣਾ ਇੰਨਾ ਸੁਖੱਲਾ ਨਹੀਂ, ਬੜਾ ਕਠਿਨ ਹੈ। ਬੰਦਾ ਤਨ 'ਤੇ ਲੱਗੀ ਹੋਈ ਮੈਲ ਲਾਉਣ ਵੇਲੇ ਹੀ ਕਈ ਵਾਰ ਆਲਸ ਕਰ ਜਾਂਦਾ ਹੈ। ਆਪਾਂ ਵੇਖਦੇ ਨਾ, ਕਈ ਵਾਰ ਬੰਦੇ ਦੇ ਵਸਤਰ ਮੈਲੇ ਹੋਣ, ਬੰਦਾ ਕਹਿੰਦਾ ਚੱਲ ਕੋਈ ਨਹੀਂ, ਅੱਜ ਦਾ ਦਿਨ ਚੱਲ ਹੀ ਜਾਣਗੇ। ਸਰੀਰ ਮੈਲਾ ਹੋਵੇ, ਬੰਦਾ ਕਹਿੰਦਾ ਚੱਲ ਕੋਈ ਨਹੀਂ, ਥੋੜ੍ਹੇ ਚਿਰ ਦੀ ਗੱਲ ਹੈ, ਘੜੀ ਕੁ ਨੂੰ ਸਾਫ਼ ਕਰ ਲਵਾਂਗੇ। ਬੰਦਾ ਆਪਣੇ ਤਨ ਨੂੰ ਸਾਫ਼ ਕਰਨ ਲਈ ਵੀ ਆਲਸ ਕਰ ਜਾਂਦਾ ਹੈ। ਪਰ ਖਿਆਲ ਵਿੱਚ ਰੱਖਣਾ, ਜਿੱਥੇ ਗੱਲ ਮਨ ਦੀ ਹੋਵੇ, ਹਾਲਾਂਕਿ ਤਨ ਨੂੰ ਤਾਂ ਸਾਰਿਆਂ ਵੇਖਣਾ ਹੁੰਦਾ, ਕੱਪੜੇ ਤਾਂ ਦੂਜਿਆਂ ਨੇ ਵੀ ਤੱਕਣੇ ਹੁੰਦੇ ਨੇ, ਸਾਡੀ ਬੋਡੀ ਨੂੰ ਤਾਂ ਦੂਜਿਆਂ ਨੇ ਵੀ ਵੇਖਣਾ ਹੁੰਦਾ, ਪਰ ਜਿੱਥੇ ਗੱਲ ਮਨ ਦੀ ਹੋਵੇ, ਅੰਤਰ ਆਤਮੇ ਦੀ ਮੈਲ ਦੀ ਹੋਵੇ, ਉੱਥੇ ਬੰਦਾ ਕਿਸ ਹੱਦ ਤੱਕ ਆਲਸ ਕਰਦਾ ਹੈ। ਗੁਰਬਾਣੀ ਵਿੱਚ ਆਲਸ ਦੇ ਅਰਥ ਇਕੱਲੇ ਫਿਜ਼ੀਕਲੀ ਥੋੜ੍ਹਾ ਨੇ, ਕਿ ਬੰਦਾ ਆਪਣੇ ਸਰੀਰ ਵੱਲ ਧਿਆਨ ਨਹੀਂ ਦਿੰਦਾ, ਕੱਪੜਿਆਂ ਵੱਲ ਨਹੀਂ ਦਿੰਦਾ, ਬਾਹਰ ਦੀਆਂ ਜ਼ਿੰਮੇਵਾਰੀਆਂ, ਇਕੱਲਾ ਇਹ ਆਲਸ ਨਹੀਂ। ਗੁਰਮਤਿ ਵਿੱਚ ਮਨਮੁਖ ਕਹੋ ਆਲਸ ਘਣੋ ਹਾਥੇ ਉਜਾੜੀ। ਮਨਮੁਖ ਦਾ ਆਲਸ ਕੀ ਹੁੰਦਾ ਹੈ? ਉਹ ਆਪਣੇ ਅੰਦਰ ਦੀ ਮੈਲ ਵੱਲ ਵੀ ਧਿਆਨ ਨਹੀਂ ਦਿੰਦਾ, ਉਹ ਆਪਣੇ ਅੰਤਰ ਆਤਮੇ ਨੂੰ ਵੀ ਪਲੀਤ ਹੋਈ ਜਾਣ ਦਿੰਦਾ, ਔਰ ਇੰਨਾ ਕੁ ਅੰਤਰ ਆਤਮਾ ਪਲੀਤ ਕਰ ਲੈਂਦਾ ਹੈ ਵੀ ਉਹ ਉਸ ਦੇ ਅੰਦਰ ਕੋਈ ਵੀ ਸੁਚੱਜਾ ਖਿਆਲ, ਉੱਤਮ ਵਿਚਾਰ ਪੈਦਾ ਹੀ ਨਹੀਂ ਹੁੰਦਾ। ਮਹਾਰਾਜ ਕਹਿੰਦੇ ਕਿੱਡਾ ਆਲਸੀ ਹੈ, ਇਹ ਆਪਣੇ ਜੀਵਨ ਨੂੰ ਮੰਨਣਾ ਹੀ ਭੁੱਲ ਗਿਆ, ਜੀਵਨ ਦੇ ਅਰਥ ਹੀ ਭੁੱਲ ਗਿਆ, ਜੀਵਨ ਦੀ ਵੈਲਿਊ ਹੀ ਭੁੱਲ ਗਿਆ। ਇਹ ਤੋਂ ਵੱਡਾ ਵੀ ਕੋਈ ਆਲਸੀ ਹੋ ਸਕਦਾ? ਮਾਨੋ ਕਿਸੇ ਦੇ ਕੋਲ ਹੀਰੇ ਜਵਾਹਰਾਤ ਪਏ ਹੋਣ ਤੇ ਉਹ ਉਹਨਾਂ ਨੂੰ ਥੱਲੇ ਸੁੱਟ ਕੇ ਬੈਠਾ ਹੋਵੇ ਤੇ ਕੋਈ ਉਹਨੂੰ ਆ ਕੇ ਚੁੱਕ ਕੇ ਸਾਹ ਵੀ ਲੈ, ਤੇ ਉਹ ਇੰਨਾ ਵੀ ਨਾ ਕਰ ਸਕਿਆ। ਆਪਾਂ ਕਹਿੰਦੇ ਇਹ ਹੱਦ ਹੈ ਆਲਸ ਦੀ। ਤੇਰੇ ਕੋਲ ਕੀਮਤੀ ਹੀਰੇ ਪਏ ਨੇ, ਤੂੰ ਚੁੱਕ ਕੇ ਉਹਨਾਂ ਨੂੰ ਸਾਂਭਣ ਜੋਗਾ ਵੀ ਨਹੀਂ, ਉਹ ਵੀ ਥੱਲੇ ਸੁੱਟੇ ਨੇ, ਗੰਦੀ ਥਾਂ ਦੇ ਉੱਤੇ ਸੁੱਟੇ ਨੇ। ਸਾਹਿਬ ਆਖਦੇ ਨੇ ਜਿਹੜਾ ਜੀਵਨ ਦੀ ਕਦਰੋ ਕੀਮਤ ਹੀ ਭੁੱਲ ਗਿਆ, ਉਸ ਤੋਂ ਵੱਡਾ ਆਲਸੀ ਹੋਰ ਕਿਹੜਾ ਹੋ ਸਕਦਾ। ਅਸੀਂ ਤਾਂ ਛੋਟੇ ਮੋਟੇ ਕੰਮਾਂ ਦੇ ਆਲਸ ਦੀ ਗੱਲ ਕਰਦੇ ਹਾਂ। ਹੁਣ ਇਸ ਨੁਕਤੇ ਦੇ ਉੱਤੇ ਖੜ ਕੇ ਸਾਹਿਬ ਸਤਿਗੁਰੂ ਆਪਣੀ ਮੁਬਾਰਕ ਬਾਣੀ ਵਿੱਚ ਕਹਿੰਦੇ ਵੀ ਜਦੋਂ ਅੰਦਰ ਦੀ ਮੈਲ ਦੀ ਗੱਲ, ਉੱਥੇ ਬੰਦਾ ਕਿੰਨੀ ਬੇਧਿਆਨੀ ਵਰਤਦਾ ਹੈ, ਕਹਿਣ ਦੀ ਹੱਦ ਨਹੀਂ। ਤੇ ਜਿਉਂ-ਜਿਉਂ ਅੰਤਰ ਆਤਮਾ ਪਲੀਤ ਹੁੰਦਾ ਜਾਂਦਾ ਹੈ, ਮਾਧੋ ਅਵਿਦਿਆ ਹਿਤ ਕੀਨ, ਅਵਿਦਿਆ, ਅਗਿਆਨਤਾ, ਬੇਸਮਝੀ, ਇਹ ਹਨੇਰਾ ਢਾਉਂਦਾ ਰਹਿੰਦਾ ਹੈ, ਵਿਵੇਕ ਦੀਪ ਮਲੀਨ, ਵਿਵੇਕ ਮਰ ਜਾਂਦਾ ਹੈ। ਪਰ ਸਤਿਪੁਰਸ਼ ਜਿਹੜੇ ਗੁਰਮੁਖ ਨੇ, ਜਿਨ੍ਹਾਂ ਦਾ ਜ਼ਿਕਰ ਗੁਰਬਾਣੀ ਵਿੱਚ ਹੈ, ਉਹ ਆਪਣੇ ਅੰਤਰ ਆਤਮੇ ਦੀ ਇਸ ਮੈਲ ਨੂੰ ਲਾਉਂਦੇ ਨੇ, ਉਹ ਆਪਣੀ ਹਉਮੈ ਨੂੰ ਵੀ ਬੈਲੈਂਸ ਰੱਖਦੇ ਨੇ, ਆਪਣੀਆਂ ਵਾਸ਼ਨਾਵਾਂ ਵੱਲ ਧਿਆਨ ਦਿੰਦੇ ਨੇ, ਆਪਣੇ ਅੰਦਰ ਪੈਦਾ ਹੁੰਦੀ ਨੈਗੇਟਿਵਿਟੀ ਵੱਲ ਧਿਆਨ ਦਿੰਦੇ ਨੇ। ਉਹ ਵੇਖਦੇ ਨੇ ਵੀ ਜੇ ਮੈਂ ਦੁਖੀ ਹੁੰਨਾ ਤੇ ਕਿਉਂ ਹੁੰਨਾ,
मेरी उदासी का मायूसी का कारण रीजन की है, वो किहड़ी चीज़ है जिहड़ी ये मेरे अंदर रोग पैदा है। तो बीमारियां ही ना ये, पर कितों तो आउंदियां ने ना, कोई तो चीज़ है जिहड़ी साडे अंदर पैदा। किसी मनुख के प्रति मेरे अंदर नफरत का इजहार है तो वह क्यों है? किसी नाल ईर्ख है तो वह क्यों है? किसी मनुख नूं मैं मैली नज़र नाल तकदा तो क्यों? की भाव है मेरे अंदर उहदे प्रति, तो क्यों है ऐसा? कोई इन्ना डूंगा, इन्ने डूंगे तल ते उतर जाते हैं अपने आप वाल। असीं कई बार नहीं वेखते भी कपड़े दे उत्ते खांदियां पींदियां जां वैसे विचरदे कोई दाग लग गया, तो असीं वेखने भी ये काहदा दाग लग्या। फिर उदों अगला सोचते हैं भी लथेगा काहदे नाल, फिर कोशिश करते हैं ना आपां। कई दाग इन्ने मारू हुंदे ने कपड़े दे उत्ते लग जाण तो आपां नूं समझ नहीं लगती भी काहदे नाल। फिर आपां पुछदे भी लथेगा कि मेरे तो सारे कपड़े खराब हो गए। ठीक इसे ढंग नाल इन्ना अपने आत्मक, अपने मन, अपनी सुरत बारे भी सोचा जाना है। धार्मिक जगत में इस चीज़ की बड़ी वड्डी वैल्यू है। तो जिथे जिथे जदों गुरु अर्जन साहब के जीवन की आपां गल करते, महाराज ने अपने आप को इन्ना उच्चा कर लिया, इन्ना ताइए कहा ना ब्रह्म पछाणिओ, भी तुसां तां ब्रह्म नूं पछाण ही लिया, तुसां तां सच नूं जाण लिया। इन्नी शुद्ध आत्मा दे नाल, इन्नी पवित्र सुरत दे नाल इन्ना अपना वजूद तुसीं सवार लिया है भी तुहाडे ही ते ब्रह्म विच। जदों आ पंक्ति आपां पढ़दे हैं ना, गोरे अर्जुन प्रतख हर, ਇਹਦਾ भाव ही है भी गुरु अर्जन साहब परमेश्वर स्वरूप हो गए, यानी कि ਉਹਦੇ ਵਿੱਚ ਭੇਦ ਨੇ ਸੁਰਤ ਕਰਕੇ। परमेश्वर अकाल पुरख वाहिगुरु वाले ਸਮੁੱਚੇ गुण ਦੀਆਂ ਦਾਨਾਈਆਂ ਤੇ ਵਡਿਆਈਆਂ गुरु अर्जन साहब ਵਿੱਚੋਂ प्रगट हो रही ने, रूपमान हो रही ने। ਇੰਨੀ ਉੱਚ अवस्था है। तो हुण जरा सोचो, जिन्ने फिर पलीत सुरतां वाले होणगे जिथे जिथे गुरु अर्जन साहब सच्चे पातशाह महाराज जदों उन्हां नूं कहणगे भाई तुसीं मैले हो, तुहाडे अंदर आ मैल है, इनू कढो, इनू दूर करो, अपना आप सवारो। जिन्हां अंदर ते चाओ पैदा होएगा वो सवारण लई गुरु अर्जन साहब की सोबत ते संगत विच आ जाणगे। पर जिन्हां नूं खिज चढ़ेगी भी नहीं असीं तां मैल च ही रहणगे, जे तू कौन हुंदा सानू कहण वाला। ऐसे लोग भी तो हुंदे ना भी जिहड़े अंदरों मैले हुंदे ने, पर उन्हां दी इच्छा हुंदी है भी सानू तुसीं कहो पवित्र, यानी कि करने पाप ने पर अखवाउणा गुरमुख है। ऐसा भी तो साडे सारिਆਂ ਦੇ जीवन की कहानी है ना कि जो असी अंदरूनी तौर पर हाँ वो असी अखवाउणा नहीं चाहते। बड़ा प्यारा वाक है सतगुरु गुरु रामदास पिता महाराज का। सतगुरु कहते ने मनुख वैसे तो जिहड़ा पाप करता है वो पापी बनता है, धर्म कमाउण वाला धर्मी, यानी कि कमाई के आधारित ही असी मनमुख ते गुरमुख बनते हैं। पर साडी दशा बड़ी उल्टी है। वो की भी असी चंगा करते नहीं पर चंगा अखवाउणा पसंद करते हैं। ते माड़े हाँ असी पर माड़ा कोई आखे तो गुस्सा चढ़ता है, वो सानू चंगा नहीं लगता। हालांकि हुंदे असी अंदरों औगणा नाल भरे होए, पर जे कोई कह दे भी तेरे च औगण है तो बुरा लगता है। पर चंगे हाँ नहीं, पर जे कोई चंगा आख देवे तो खुशी होंदी है। उत्थे आपां कदे इतराज़ नहीं करते भी भाई मेरे च एड्डी खूबी नहीं जिड्डी तू दसी जा रहा है, भी इन्नी उच्ची गल नहीं है मेरे जीवन की जिन्नी तू कह देती है भी मैनू तो लिमिट विच ही रहण दे। नहीं उत्थे कोई बेबहा भी शोभा कर जाए तो सानू हुंदा भी चलो फ्री च वडियाई मिलदी है, की माड़ा है। उत्थे असी उस मनुख नूं चंगा समझदे हां। सानू पता हुंदा भी चापलूस है, सानू पता है भी एवें वधा चढ़ा के गल कर रहा है, पर सानू वो चंगा लगता क्योंकि उहदियां गल्लां नाल साडे अंदर दे औगणां ते पर्दा पै लिया। वो साडी सहायता कर रहा है साडे औगणां च पर्दा पाउण दे उत्ते। वो साडा मददगार है, सानू लगदा है साडा मित्र है। नहीं, वो सानू सगों भुलेखे च पा रहा है कि तू तंदुरुस्त है। हाँ असीं बीमार हो, सानू कहंदा कोई नहीं, तैनूं कोई दवा दारू की लोड़ नहीं, तू ठीक है। वो मरवाएगा। रोगी होइए तो असी किसी को कहीए भी मैनूं लगता है प्रॉब्लम, वो आखे नहीं ठीक है तू कोई लोड़ नहीं। वो साडी बीमारी नूं भी ढक लवे तो वो साडा मित्र होया कि दुश्मन होया। वो मन्ने ही ना सानूं मन्नण ही देवे। इसे नूं मन मुखा केरी दोस्ती कहा गुरु ग्रंथ साहब महाराज ने। हुण ऐसे मनुख
ਜਿਹੜੇ ਤਾਂ ਸਮਝ ਗਏ ਜਾਂ ਜਿਨ੍ਹਾਂ ਅੰਦਰ ਜਗਿਆਸਾ ਹੈ ਉਹ ਤਾਂ ਹੋ ਗਏ ਸਤ ਸੰਗੀ, ਗੁਰੂ ਸਾਹਿਬ ਜੀ ਦੇ ਕੋਲ ਆਉਣ ਵਾਲੇ, ਗੁਰੂ ਦੀ ਗੁਰਮਤ ਲੈਣ ਵਾਲੇ। ਪਰ ਜਿਹੜੇ ਭਰਮ ਵਿੱਚ ਜੀਣਾ ਚਾਹੁੰਦੇ ਨੇ ਵੀ ਨਹੀਂ ਅਸੀਂ ਪਵਿੱਤਰ ਹਾਂ, ਅਸੀਂ ਉਜਲੇ ਹਾਂ, ਅਸੀਂ ਧਰਮੀ ਹਾਂ, ਅਸੀਂ ਗੁਣਵਾਨ ਹਾਂ, ਅਸੀਂ ਮਹਾਨ ਹਾਂ, ਅਸੀਂ ਸੁਚੱਜੇ ਹਾਂ, ਪਰ ਹੈਨ ਅੰਦਰੋਂ ਖੋਟੇ, ਉਹਨਾਂ ਨੂੰ ਗੁਰੂ ਅਰਜਨ ਸਾਹਿਬ ਦੀ ਗੱਲ ਕਿਵੇਂ ਚੰਗੀ ਲੱਗ ਸਕਦੀ ਹੈ? ਫਿਰ ਐਸੇ ਮਨੁੱਖ ਅੰਦਰੂਨੀ ਤੌਰ 'ਤੇ ਗੁਰੂ ਅਰਜਨ ਸਾਹਿਬ ਤੋਂ ਦੂਰ ਵੀ ਹੁੰਦੇ ਨੇ, ਅਤੇ ਦੂਰ ਹੋਣ ਦੇ ਕਰਕੇ ਜਦੋਂ ਉਹਨਾਂ ਨੂੰ ਪੁੱਛੇ ਤੁਸੀਂ ਦੂਰ ਕਿਉਂ, ਕਹਿੰਦੇ ਗੁਰੂ ਅਰਜਨ ਸਾਹਿਬ ਠੀਕ ਨਹੀਂ ਹਨ, ਇਹ ਚੰਗਾ ਪ੍ਰਚਾਰ ਨਹੀਂ ਕਰ ਰਹੇ, ਵੇਖੋ ਇਹਨਾਂ ਨੇ ਆਹ ਗੱਲ ਕਰ ਦਿੱਤੀ, ਵੇਖੋ ਉਹਨਾਂ ਨੇ ਆਹ ਗੱਲ। ਉਹਨਾਂ ਦੇ ਅੰਦਰ ਫਿਰ ਇਹ ਚੀਜ਼ਾਂ ਉਹ ਬਹਾਨਾ ਕੱਢਦੇ ਨੇ, ਉਹ ਫਿਰ ਕੋਈ ਨਾ ਕੋਈ ਕਾਰਨ, ਝੂਠੇ ਕਾਰਨ ਬਣਾਉਂਦੇ ਨੇ, ਜਿਵੇਂ ਬਾਬਾ ਪ੍ਰਿਥੀ ਚੰਦ ਨੇ ਬਣਾਏ, ਜਿਵੇਂ ਚੰਦੂ ਨੇ ਬਣਾਏ, ਜਿਵੇਂ ਜਹਾਂਗੀਰ ਨੇ ਬਣਾਏ। ਹਾਲਾਂਕਿ ਸਤਿਗੁਰੂ ਨੇ ਕਿਸੇ ਨੂੰ ਕਿਸੇ ਦਾ ਕੋਈ ਮਾੜਾ ਆਪਣੀ ਜ਼ਿੰਦਗੀ 'ਚ ਨਹੀਂ ਕੀਤਾ। ਬੜੀ ਧੀਰਜ ਰੱਖੀ, ਬੜਾ ਸਹਿਣਸ਼ੀਲਤਾ ਰੱਖੀ, ਬਰਦਾਸ਼ਤ ਦਾ ਮਾਦਾ ਰੱਖਿਆ, ਸਬਰ ਰੱਖਿਆ, ਸੰਤੋਖ ਰੱਖਿਆ, ਮਿੱਠਾ ਸੁਭਾਅ ਰੱਖਿਆ, ਮਿੱਠੀ ਬੋਲੀ ਰੱਖੀ, ਨੇਕ ਅਮਲ ਕੀਤੇ ਜਿਹਦੇ ਨਾਲ ਸਭਨਾਂ ਦਾ ਭਲਾ ਹੋਏ, ਪਰਉਪਕਾਰ ਕੀਤੇ। ਪਰ ਕਮਾਲ ਹੈ ਨਾ, ਪਰਉਪਕਾਰਾਂ ਤੋਂ ਵੀ ਕਿਸੇ ਨੂੰ ਪ੍ਰੋਬਲਮ ਹੈ। ਕੋਈ ਬੁਰਾ ਬੋਲੇ ਤੇ ਗੱਲ ਸਮਝ 'ਚ ਆਉਂਦੀ, ਕੋਈ ਭਲਾ ਬੋਲੇ ਤੇ ਉਹਦੇ ਤੋਂ ਵੀ ਮੁਸ਼ਕਲ ਹੈ। ਕੋਈ ਕੌੜਾ ਬੋਲੇ ਤੇ ਗੱਲ ਸਮਝ 'ਚ ਆਉਂਦੀ ਹੈ ਵੀ ਇਹ ਕੌੜਾ ਬੋਲਦਾ, ਕੋਈ ਮਿੱਠਾ ਬੋਲੇ ਉਹਦੇ ਤੋਂ ਵੀ ਪ੍ਰੋਬਲਮ ਹੈ, ਹੋਏਗੀ। ਕਿਉਂਕਿ ਇੱਕ ਦਾ ਜੀਵਨ ਅੰਦਰੂਨੀ ਤੌਰ 'ਤੇ ਪਵਿੱਤਰ ਹੈ, ਇੱਕ ਦਾ ਜੀਵਨ ਮੈਲ ਨਾਲ ਭਰਿਆ ਹੈ। ਮੈਲ ਨਾਲ ਭਰੇ ਜੀਵਨ ਵਾਲਾ ਮਨੁੱਖ ਜਿਹੜਾ ਹੈ, ਜੇ ਉਹ ਬਦਲਣਾ ਨਹੀਂ ਚਾਹੁੰਦਾ, ਹਉਮੈ ਵਿੱਚ ਹੈ, ਤਾਂ ਉਹ ਮਨੁੱਖ ਪਵਿੱਤਰ ਆਤਮਾ ਦਾ ਵਿਰੋਧ ਕਰੇਗਾ ਹੀ ਕਰੇਗਾ। ਅਤੇ ਹੁਣ ਤੁਸੀਂ ਵੇਖੋ, ਇੱਕ ਇੱਕ ਪਲ ਜ਼ਿੰਦਗੀ ਦਾ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸ਼ਹੀਦੀ ਦਾ ਪੈਂਡਾ ਨਹੀਂ ਤੈਅ ਕਰ ਰਹੇ। ਇੱਕ ਇੱਕ ਸਾਹ ਸ਼ਹੀਦਾਂ ਦੀ ਜ਼ਿੰਦਗੀ ਵਾਲਾ ਲੈ ਰਹੇ ਨੇ ਮਹਾਰਾਜ ਪਾਤਸ਼ਾਹ। ਅਤੇ ਫਿਰ ਜਦੋਂ ਬਹਿਰੂਨੀ ਤੌਰ 'ਤੇ ਗੱਲ ਕਰੀਏ ਵੀ ਬਾਹਰ ਬੰਦਾ ਅੰਦਰ ਦੇ ਲੋਭ ਕਰਕੇ ਬਾਹਰ ਮਾੜੇ ਕਰਮ ਕਰਦਾ ਹੈ, ਅੰਦਰ ਦੀ ਹਉਮੈ ਕਰਕੇ ਬਾਹਰ ਦਾ ਮਾਹੌਲ ਵਿਗਾੜਦਾ ਹੈ, ਅੰਦਰ ਦੀ ਈਰਖਾ ਕਰਕੇ ਬਾਹਰ ਮਾੜੇ ਅਮਲ ਕਮਾਉਂਦਾ ਹੈ, ਜਦੋਂ ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਉਪਦੇਸ਼ ਦੇਣਗੇ ਜਾਂ ਕਿਸੇ ਨੂੰ ਬਦੀ ਕਰਨ ਤੋਂ ਰੋਕਣਗੇ, ਤਾਂ ਉੱਥੇ ਵੀ ਇਹੀ ਹਾਲਾਤ ਪੈਦਾ ਹੋਣਗੇ। ਇਹ ਜਿਹੜਾ ਧਰਮ ਦਾ ਖੇਤਰ ਹੈ ਨਾ, ਜਿਹੜਾ ਇਸ ਤਰ੍ਹਾਂ ਦਾ ਖੇਤਰ ਹੈ, ਜਿਹੜਾ ਗੁਰਮੁਖ ਜੀਵਨ ਹੈ, ਇਹਨੂੰ ਸਾਹਿਬ ਸਤਿਗੁਰੂ ਨੇ ਤਾਂ ਹੀ ਉਹ ਕਹਿ ਰਹੇ ਤੁਹਾਨੂੰ ਸੁੱਖ ਦਿੰਦਾ ਹੈ, ਤੁਹਾਨੂੰ ਆਤਮਿਕ ਆਨੰਦ ਦਿੰਦਾ ਹੈ, ਐਸੀ ਨਹੀਂ ਗੱਲ, ਪਰ ਤੁਹਾਨੂੰ ਕਈ ਕੰਪਲੀਕੇਟਡ ਸਿਚੁਏਸ਼ਨਸ ਦੇ ਵਿੱਚੋਂ ਗੁਜ਼ਰਨਾ ਵੀ ਪੈਂਦਾ। ਆਪਾਂ ਆਮ ਤੌਰ 'ਤੇ ਕੀ ਕਹਿੰਦੇ, ਛੱਡੋ ਪਰੇ, ਗੁੱਸਾ ਕਰੇਗਾ, ਭਾਵੇਂ ਹੈ ਤੇ ਬੰਦਾ ਗਲਤ ਹੀ, ਪਰ ਛੱਡੋ ਪਰੇ, ਕੀ ਲੈਣਾ ਆਪਾਂ ਕਹਿੰਦੇ ਨਾ, ਆਪਾਂ ਕੀ ਲੈਣਾ, ਸਾਨੂੰ ਕੀ ਲੱਗੇ, ਫਿਰ ਕੀ ਹੋ ਜਾਏਗਾ, ਅਸੀਂ ਕਿਤੇ ਇਕੱਲੇ ਥੋੜ੍ਹਾ ਇਸ ਦੁਨੀਆ 'ਚ ਰਹਿੰਦੇ ਹਾਂ, ਬਾਕੀ ਵੀ ਤਾਂ ਲੋਕ ਰਹਿੰਦੇ ਹੀ ਨੇ, ਆਪੇ ਕੋਈ ਨਾ ਕੋਈ ਦੂਜਾ ਨੋਟਿਸ ਲੈ ਲਏਗਾ, ਸਾਨੂੰ ਕੀ ਲੋੜ ਹੈ। ਅਸੀਂ ਸਾਰੇ ਉਸ ਮੁਸ਼ਕਲ ਦੇ ਪ੍ਰਤੀ ਉਦੋਂ ਬੋਲਦੇ ਹਾਂ ਜਦੋਂ ਸਾਨੂੰ ਲੱਗਦਾ ਹੈ ਵੀ ਇਹ ਅੱਗ ਸਾਡੇ ਘਰ ਤੱਕ ਪਹੁੰਚ ਗਈ ਹੈ, ਜਦੋਂ ਸਾਨੂੰ ਲੱਗਦਾ ਹੈ ਵੀ ਇਹ ਪ੍ਰੋਬਲਮ ਸਾਡੀਆਂ ਬਰੂਹਾਂ ਲੰਘ ਆਈ ਹੈ, ਜਦੋਂ ਸਾਨੂੰ ਲੱਗਦਾ ਵੀ ਅਸੀਂ ਇਹਦੇ ਨਾਲ ਇਫੈਕਟਡ ਹੋਣ ਤੋਂ ਬਚ ਨਹੀਂ ਸਕਦੇ, ਹੁਣ ਬੋਲੋ, ਫਿਰ ਅਸੀਂ ਕਹਿੰਦੇ ਅਸੀਂ ਬੜੇ ਸੱਚੇ ਹਾਂ। ਨਹੀਂ, ਸੱਚੇ ਨਹੀਂ ਹੁੰਦੇ, ਅਸੀਂ ਸਵਾਰਥੀ ਹੁੰਦੇ ਹਾਂ। ਸਾਨੂੰ ਪਤਾ ਵੀ ਹੁਣ ਸਾਨੂੰ ਸੇਕ ਲੱਗੇਗਾ, ਬੋਲੋ। ਜਦੋਂ ਦੂਜੇ ਨੂੰ ਲੱਗ ਰਿਹਾ ਹੁੰਦਾ ਸੀ ਕਹਿੰਦੇ ਸਾਨੂੰ ਕੀ, ਜੇ ਸੱਚੇ ਹੋਈਏ ਤੇ ਉਦੋਂ ਵੀ। ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦੀ ਕੋਈ ਮੁਸ਼ਕਲ ਨਹੀਂ ਸੀ, ਉਹਨਾਂ ਬਾਬਰ ਨੂੰ ਜਾਬਰ ਕੇ ਮਹਾਰਾਜ ਵੀ ਕਹਿ ਸਕਦੇ ਮੈਨੂੰ ਕੀ, ਮੇਰਾ ਕਿਹੜਾ ਘਰ ਐਮਨਾਬਾਦ 'ਚ ਹੈ, ਮੇਰਾ ਤਾਂ ਤਲਵੰਡੀ 'ਚ ਹੈ, ਨਾ ਮੇਰਾ ਇੱਥੇ ਪਰਿਵਾਰ, ਨਾ ਮੇਰਾ ਕੋਈ ਰਿਸ਼ਤੇਦਾਰ, ਜੋ ਹੁੰਦਾ ਹੋਈ ਜਾਣਦੇ ਹੋ। ਪਰ ਮਹਾਰਾਜ ਜਾਣਦੇ ਸਨ ਇਹ ਕੋਹਰਾਮ ਤੇ ਹਰ ਜਗ੍ਹਾ 'ਤੇ ਹੈ। ਲੁੱਟ ਖੋਹ, ਦਬਾਉਣਾ, ਲੁੱਟਣਾ, ਜ਼ੁਲਮ ਕਰਨਾ, ਪਾਪ ਕਰਨਾ, ਅਤਿਆਚਾਰ ਕਰਨਾ, ਇਹ ਤਾਂ ਹਰ ਜਗ੍ਹਾ 'ਤੇ ਹੈ। ਜੇ ਤੁਸੀਂ ਇਸ ਬਿਮਾਰੀ ਨੂੰ ਹੱਲ ਕਰਨ ਲਈ ਜਾਂ ਇਹਦਾ ਇਲਾਜ ਕਰਨ ਲਈ ਆਪਣਾ ਯੋਗਦਾਨ ਨਹੀਂ ਪਾਓਗੇ ਤਾਂ ਤੁਸੀਂ ਸਵਾਰਥੀ ਹੋ। ਸੱਚੇ ਉਹ ਹਨ ਜਿਹੜੇ ਭਾਵੇਂ ਕਿਸੇ ਨਾਲ ਵੀ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨਾਲ ਜਨੇਊ ਪਾਉਂਦੇ ਨੇ, ਨਾ ਹੀ ਉਹਨਾਂ ਦਾ ਕਿਸੇ ਜਨੇਊ ਲਾਉਣ, ਜਦੋਂ ਪਾਉਂਦੇ ਹੀ ਨਹੀਂ ਤੇ ਲਾਉਣਾ ਕਿੰਨੇ ਸੀ। ਪਰ ਸਤਿਗੁਰੂ ਕਿਉਂਕਿ ਪਰਉਪਕਾਰੀ ਨੇ, ਸਾਹਿਬ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਕਿਸੇ ਨਾਲ ਦਵੈਸ਼ ਨਹੀਂ, ਕੋਈ ਵੈਰ ਨਹੀਂ, ਕੋਈ ਵਿਰੋਧ ਨਹੀਂ।
ਪਰ ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੇ ਮਾਨਵਤਾ ਦੀ ਭਲਾਈ ਕਰ ਰਹੇ ਨੇ ਤਾਂ ਉਹਦੇ ਵਿੱਚ ਉਹਨਾਂ ਦੀ ਦਇਆ ਹੈ, ਉਹਨਾਂ ਦਾ ਤਰਸ ਹੈ, ਨਿਰਸਵਾਰਥ ਪਰਉਪਕਾਰ ਦੀ ਭਾਵਨਾ ਹੈ। ਉਹ ਹਰ ਇੱਕ ਮਨੁੱਖ ਨੂੰ ਆਪਣੇ ਵਰਗਾ ਸਮਝਦੇ ਨੇ। ਤੁਸੀਂ ਭਲਾ ਕਰ ਹੀ ਤਾਂ ਸਕਦੇ ਹੋ ਜਦੋਂ ਦੂਜੇ ਨੂੰ ਆਪਣੇ ਵਰਗਾ ਸਮਝੋ। ਜਦੋਂ ਦੂਜੇ ਦੀ ਪੀੜਾ ਤੁਹਾਨੂੰ ਆਪਣੀ ਪੀੜ ਵਾਂਗ ਮਹਿਸੂਸ ਹੋਣੀ ਸ਼ੁਰੂ ਹੋ ਜਾਏ, ਸਮਝੋ ਤੁਹਾਡੇ ਅੰਦਰ ਧਰਮ ਜੀਵਤ ਹੈ। ਮਹਾਰਾਜ ਨੇ ਧਰਮ ਦਾ ਮੂਲ ਕਿਹਨੂੰ ਕਿਹਾ? ਧੌਲ ਧਰਮ ਦਇਆ ਕਾ ਪੂਤ। ਧਰਮ ਦਇਆ ਵਿੱਚੋਂ ਪੈਦਾ ਹੋਇਆ। ਧਰਮ ਦਾ ਬੇਸ ਦਇਆ ਹੈ, ਤਰਸ ਹੈ। ਤੇ ਦਿਆਲੂ ਸੁਭਾਅ ਹੋਣ ਵਾਸਤੇ ਜ਼ਰੂਰੀ ਹੈ ਵੀ ਤੁਸੀਂ ਸਾਰੀ ਮਾਨਵ ਜਾਤੀ ਨਾਲ, ਮਨੁੱਖ ਜਾਤੀ ਨਾਲ, ਮਨੁੱਖਤਾ ਨਾਲ, ਜੀਆਂ ਨਾਲ ਇੱਕ ਸੁਰਤਾ ਹਾਸਲ ਕਰੋ। ਤੁਹਾਡੇ ਅੰਦਰ ਅਹਿਸਾਸ ਜਿਉਂਦੇ, ਦਇਆ ਵੀ ਉੱਥੇ ਹੀ ਹੁੰਦੀ ਜਿੱਥੇ ਅਹਿਸਾਸ, ਬੰਦਾ ਇਕੱਲਾ ਫਿਜ਼ੀਕਲੀ ਨਹੀਂ ਮਰਿਆ ਹੁੰਦਾ। ਅਹਿਸਾਸ ਜਦੋਂ ਮੁੱਕ ਜਾਣ ਅੰਦਰੋਂ ਤਾਂ ਬੰਦਾ ਉਦੋਂ ਵੀ ਡੈਡ ਹੀ ਮੰਨਿਆ ਜਾਂਦਾ। ਧਰਮ ਦੀ ਦੁਨੀਆ 'ਚ ਉਹਨੂੰ ਡੈਡ ਮੰਨਿਆ ਜਾਂਦਾ ਜਿਹਦੇ ਅੰਦਰ ਚੰਗੇ ਅਹਿਸਾਸ ਨਹੀਂ ਹਨ, ਚੰਗੇ ਪਵਿੱਤਰ ਜਜ਼ਬਾਤ ਨਹੀਂ ਹਨ, ਚੰਗੀਆਂ ਪਵਿੱਤਰ ਭਾਵਨਾਵਾਂ ਨਹੀਂ ਹਨ। ਇਸ ਲਈ ਮਹਾਰਾਜ ਨੇ ਆਖਿਆ ਵੀ ਸਾਡੇ ਅੰਦਰ ਦੇ ਰੋਗ ਹੀ ਬਾਹਰ ਵੱਲ ਨੂੰ ਧਾਉਂਦੇ ਨੇ, ਤੇ ਬਾਹਰ ਦਾ ਇਹ ਸਾਰਾ ਜੋ ਸੰਸਾਰ ਦੇ ਵਿੱਚ ਵਾਪਰਦਾ ਹੈ ਇਹ ਪੈਦਾ ਹੁੰਦਾ ਹੈ। ਜਿੰਨਾ ਚਿਰ ਮਨੁੱਖ ਆਪਣੇ ਮਨ ਨੂੰ ਨਹੀਂ ਸਵਾਰਦਾ, ਸੁਰਤ ਨੂੰ ਉੱਚਿਆਂ ਨਹੀਂ ਚੁੱਕਦਾ, ਜਿੰਨਾ ਚਿਰ ਆਪਣੇ ਅੰਤਰ-ਆਤਮੇ ਦੇ ਸੂਖਮ ਜੀਵਨ ਵੱਲ ਧਿਆਨ ਨਹੀਂ ਦਿੰਦਾ, ਉਹਨਾਂ ਚਿਰ ਬਾਹਰ ਦੀ ਜ਼ਿੰਦਗੀ ਵੀ ਇਹਦੀ ਸੁਖੱਲੀ ਨਹੀਂ ਹੋ ਸਕਦੀ। ਦੌੜ ਰਹਿੰਦੀ ਹੈ ਵੀ ਸ਼ਾਇਦ ਬਾਹਰ ਦੀ ਕਿਸੇ ਵਸਤੂ 'ਚ ਉਹ ਸੁੱਖ ਹੈ, ਆਨੰਦ ਹੈ, ਜਾਂ ਬਾਹਰ ਦੀ ਕਿਸੇ ਵਸਤੂ 'ਚ ਟਿਕਾ ਹੈ, ਪਰ ਉਹ ਹਾਸਲ ਉਹਨਾਂ ਚਿਰ ਨਹੀਂ ਹੁੰਦਾ ਜਿੰਨਾ ਚਿਰ ਮਨੁੱਖ ਆਪਣੇ ਵਜੂਦ ਨੂੰ ਸਵਾਰਨ ਤੋਂ ਸਫ਼ਰ ਸ਼ੁਰੂ ਨਾ ਕਰੇ। ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੈ, ਸਭ ਜਗ ਤੇਰਾ ਹੋਏ, ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭ੍ਰਮ ਕੀ ਕਾਈ। ਸਾਹਿਬ ਕਿਰਪਾ ਕਰਨ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਦੀ ਇਹ ਮਹਾਨਤਾ ਜਿਹੜੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਦੀ ਸੁਰਤ ਦੀ ਪਵਿੱਤਰਤਾ, ਉੱਚੇ ਜੀਵਨ ਦਾ ਜੋ ਮਿਆਰ ਹੈ ਮਹਾਰਾਜ ਨੇ ਆਪਣਾ ਸਿਰਜਿਆ, ਪਰ ਜੋ ਬਹਿਰੂਨੀ ਮਹਾਨ ਕਾਰਜ ਕੀਤੇ ਨੇ, ਸਾਨੂੰ ਜੋ ਇਹ ਦੋ ਪੱਖਾਂ ਦੇ ਵਿੱਚ ਚਾਨਣ ਪਾ ਕੇ ਸਤਿਗੁਰੂ ਮਹਾਰਾਜ ਨੇ ਇਹ ਰੋਸ਼ਨੀ ਦੇ ਕੇ ਸਾਨੂੰ ਜੀਵਨ ਦੇ ਅਰਥ ਸਮਝਾਏ ਨੇ, ਅਸੀਂ ਇਹਨੂੰ ਮਾਣ ਸਕੀਏ। ਭੁੱਲ ਚੁੱਕ ਦੀ ਖਿਮਾ ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।